नमस्ते बच्चों, स्वागत है ਤੁਹਾਡਾ ਜਮਾਤ 10ਵੀਂ 'ਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਰਵਾਉਣ ਜਾ ਰਹੀ ਹਾਂ ਦੂਜੀ ਕਹਾਣੀ ਮੜੀਆਂ ਤੋਂ ਦੂਰ ਦੀ ਪਿਛਲਾ ਅਭਿਆਸ। ਤਾਂ ਚਲੋ ਬੱਚੋ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਜੀ, ਵਿਦੇਸ਼ੋਂ ਆਏ ਬਲਵੰਤ ਨੂੰ ਉਸਦੀ ਮਾਂ ਕੀ ਕਹਿੰਦੀ ਹੈ। ਵਿਦੇਸ਼ੋਂ ਆਏ ਬਲਵੰਤ ਦੀ ਮਾਂ ਉਸਨੂੰ ਗੁੱਸੇ ਅਤੇ ਦੁੱਖ ਨਾਲ ਕਹਿੰਦੀ ਹੈ ਕਿ ਉਸਨੂੰ 25 ਸਾਲ ਹੋ ਗਏ ਨੂੰ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਿੰਨੀ ਵਾਰੀ ਇੰਗਲੈਂਡ ਬੁਲਾਇਆ ਪਰ ਉਸਨੇ ਉਸਨੂੰ ਕਦੇ ਨਹੀਂ ਬੁਲਾਇਆ, ਜਿਸ ਕਰਕੇ ਆਂਢਣਾ ਗੁਆਂਢਣਾ ਬੋਲੀਆਂ ਮਾਰਦੀਆਂ ਹਨ। ਉਹ ਉਹਨਾਂ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਰਹੀ। ਉਹ ਤਾਂ ਰੰਨ ਦਾ ਹੀ ਹੋ ਕੇ ਰਹਿ ਗਿਆ ਅਤੇ ਭੁੱਲ ਗਿਆ ਹੈ ਕਿ ਉਸਨੇ ਉਸਦੀ ਪਾਲਣਾ ਕਰਦਿਆਂ ਕਿੰਨੇ ਦੁੱਖ ਸਹੇ ਹਨ। ਦੂਜਾ ਪ੍ਰਸ਼ਨ ਹੈ ਜੀ, ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਸੀ। ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ। ਉਹ ਸ਼ਕਲ ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੀ, ਮਿੱਠੀ ਅਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ। ਆਪਣੀ ਘੁੰਮਣ ਫਿਰਨ ਦੀ ਇੱਛਾ ਪੂਰੀ ਕਰਾਉਣ ਲਈ ਉਹ ਨਿਹੋਰਿਆਂ ਅਤੇ ਗਿਲਿਆਂ ਤੋਂ ਕੰਮ ਲੈਂਦੀ ਹੈ। ਭਾਵੁਕ ਹੋਣ ਕਰਕੇ ਉਹ ਇੰਗਲੈਂਡ ਦੀ ਪਦਾਰਥਕ ਖੁਸ਼ਹਾਲੀ, ਸੁੰਦਰਤਾ, ਸੁੱਖ ਸਹੂਲਤਾਂ ਅਤੇ ਮੌਸਮ ਨੂੰ ਦੇਖ ਕੇ ਇੰਨੀ ਮੋਹਿਤ ਹੋ ਜਾਂਦੀ ਹੈ ਕਿ ਮਹਾ ਪ੍ਰਸੰਨਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਅਤੇ ਇੰਡੀਆ ਦੀ ਨਿੰਦਿਆ ਕਰਦੀ ਹੈ। ਉਹ ਸਹੀ ਅਰਥਾਂ ਵਿੱਚ ਧਾਰਮਿਕ ਸੇਵਾ ਭਾਵ ਵਾਲੀ, ਭਜਨ ਗਾ ਕੇ ਧੂੜਾ ਪੁੱਟਣ ਵਾਲੀ, ਅੰਧ ਵਿਸ਼ਵਾਸੀ ਅਤੇ ਪੁਰਾਣੇ ਵਕਤਾਂ ਦੀ ਔਰਤ ਦਾ ਨਮੂਨਾ ਹੈ। ਉਹ ਸਫਾਈ ਪਸੰਦ, ਖਾਣ ਪੀਣ ਦੀ ਸ਼ੌਕੀਨ, ਸ਼ਾਕਾਹਾਰੀ ਅਤੇ ਪਿਆਰ ਦੀ ਭੁੱਖੀ ਹੈ। ਉਹ ਇਕੱਲਤਾ ਭਰੇ ਅਪਣੱਤਹੀਣ ਜੀਵਨ ਅਤੇ ਓਪਰੇ ਸੱਭਿਆਚਾਰ ਕਾਰਨ ਘੋਰ ਨਿਰਾਸ਼ਾ ਦੀ ਸ਼ਿਕਾਰ, ਦੁਖਾਂਤਕ ਅਤੇ ਵਿਅੰਗਿਆਤਮਕ ਪਾਤਰ ਹੈ। ਅਗਲਾ ਹੈ ਜੀ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਕਿਹੋ ਜਿਹਾ ਵਤੀਰਾ ਹੈ। ਉੱਤਰ ਹੋਏਗਾ ਜੀ, ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹੇ ਨਹੀਂ ਲੱਗਦੇ। ਉਹ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ਼ ਨਹੀਂ ਸਮਝਦੇ ਅਤੇ ਉਹਨਾਂ ਦੀ ਮਰਜ਼ੀ ਦੀ ਪਰਵਾਹ ਕੀਤੇ ਬਗੈਰ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮਾਂ 'ਤੇ ਟੈਲੀਵਿਜ਼ਨ ਦੇਖਣ ਆਦਿ ਨੂੰ ਪਹਿਲ ਦਿੰਦੇ ਹਨ। ਉਹਨਾਂ ਨੂੰ ਮਾਪਿਆਂ ਨਾਲ ਗੁਰਦੁਆਰੇ ਅਤੇ ਮੰਦਰ ਜਾਣਾ ਵੀ ਪਸੰਦ ਨਹੀਂ। ਅਗਲਾ ਪ੍ਰਸ਼ਨ ਹੈ ਜੀ, ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਜਿਸ ਨੇ ਲੇਖਕ ਨੂੰ ਕੀਲ ਲਿਆ ਸੀ। ਮਾਸੀ ਨੇ ਲੇਖਕ ਦੇ ਪੁੱਛਣ 'ਤੇ ਕਿਹਾ ਕਿ ਉਹ ਗੁਰਦੁਆਰੇ ਵੀ ਜਾਵੇਗੀ ਅਤੇ ਮੰਦਰ ਵੀ। ਇਹ ਗੱਲ ਲੇਖਕ ਨੂੰ ਬਹੁਤ ਚੰਗੀ ਲੱਗੀ। ਮਾਸੀ ਨੇ ਕਿਹਾ ਕਿ ਹਿੰਦੂਆਂ ਸਿੱਖਾਂ ਵਿੱਚ ਫਰਕ ਵਾਲੀ ਬਿਮਾਰੀ ਤਾਂ ਹੁਣੇ ਹੀ ਚੱਲੀ ਆ। ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ। ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ। ਮਾਸੀ ਦੀ ਇਸ ਗੱਲ ਨੇ ਲੇਖਕ ਨੂੰ ਕੀਲ ਲਿਆ। ਮਾਸੀ ਨੇ ਲੇਖਕ ਨੂੰ ਮੜੀਆਂ ਸਿਵਿਆਂ ਵਰਗੇ ਨੈਸ਼ ਬੋਲ ਬੋਲਣ ਤੋਂ ਕਿਉਂ ਵਰਜਿਆ। ਮਾਸੀ ਨੇ ਲੇਖਕ ਨੂੰ ਇੰਗਲੈਂਡ ਲਈ ਮੜੀਆਂ ਸਿਵਿਆਂ ਵਰਗੇ ਨੈਸ਼ ਬੋਲ ਬੋਲਣ ਤੋਂ ਇਸ ਕਰਕੇ ਵਰਜਿਆ ਕਿਉਂਕਿ ਮਾਸੀ ਇੰਗਲੈਂਡ ਦੇ ਲੋਕਾਂ, ਉੱਥੋਂ ਦੀ ਸਫਾਈ, ਮੌਸਮ ਅਤੇ ਸੁੱਖ ਸਹੂਲਤਾਂ ਨੂੰ ਦੇਖ ਕੇ ਇੰਨੀ ਦੀਵਾਨੀ ਹੋ ਗਈ ਸੀ ਕਿ ਉਹ ਉਸ ਥਾਂ ਧਰਤੀ ਦਾ ਸਵਰਗ ਸਮਝਣ ਲੱਗੀ ਸੀ ਅਤੇ ਉਹ ਸਦਾ ਲਈ ਉੱਥੇ ਵਸ ਜਾਣਾ ਚਾਹੁੰਦੀ ਸੀ। ਜਦੋਂ ਲੇਖਕ ਨੇ ਬੁਖਾਰ ਹੋਣ ਕਰਕੇ ਛੁੱਟੀ ਲਈ ਅਤੇ ਉਸਨੇ ਇਕੱਲਤਾ ਕਾਰਨ ਮਾਸੀ ਨੂੰ ਫੋਨ ਕਰਕੇ ਦੱਸਿਆ ਕਿ ਉਸਨੂੰ ਇੰਗਲੈਂਡ ਦੀ ਮੜੀਆਂ ਵਰਗੀ ਚੁੱਪ ਖਾਣ ਨੂੰ ਆਉਂਦੀ ਹੈ, ਤਾਂ ਮਾਸੀ ਨੂੰ ਸੁੱਖ ਸਹੂਲਤਾਂ ਅਤੇ ਖੁਸ਼ਹਾਲੀ ਨਾਲ ਭਰੇ ਇੰਗਲੈਂਡ ਲਈ ਲੇਖਕ ਦੁਆਰਾ ਵਰਤੇ ਇਹ ਸ਼ਬਦ ਬਹੁਤ ਬੁਰੇ ਲੱਗੇ। ਇਸੇ ਕਰਕੇ ਹੀ ਉਸਨੇ ਲੇਖਕ ਨੂੰ ਇਹ ਸ਼ਬਦ ਵਰਤਣ ਤੋਂ ਵਰਜਿਆ। ਅਗਲਾ ਪ੍ਰਸ਼ਨ ਹੈ ਜੀ, ਮੈਂ ਆਖਨੀ ਆ ਬੰਤ ਬੇਟਾ ਆ ਇੰਡੀਆ ਤੇ ਤੇਰੇ ਬਾਊ ਜੀ ਦਾ ਚਿੱਠੀ ਆਈ ਹੈ, ਨਾਲੇ ਤੇਰੀ ਭੈਣ ਦੀ ਵੀ। ਮਾਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ। ਇਹਦਾ ਉੱਤਰ ਹੋਵੇਗਾ ਜੀ, ਇਹ ਸ਼ਬਦ ਮਾਸੀ ਨੇ ਲੇਖਕ ਨੂੰ ਇਹ ਦੱਸਣ ਲਈ ਕਹੇ ਕਿ ਕਿਸ ਤਰ੍ਹਾਂ ਉਸਦੇ ਪੁੱਤਰ ਦੀ ਆਪਣੇ ਮਾਪਿਆਂ ਵਿੱਚ ਕੋਈ ਦਿਲਚਸਪੀ ਨਹੀਂ ਰਹੀ, ਸਗੋਂ ਉਸਦਾ ਵਤੀਰਾ ਬੇਰੁਖੀ ਭਰਿਆ ਹੈ। ਉਹ ਅਤੇ ਉਸਦੀ ਪਤਨੀ ਤਾਂ ਸਵੇਰੇ ਪਤਾ ਨਹੀਂ ਕਦੋਂ ਕੰਮ 'ਤੇ ਚਲੇ ਜਾਂਦੇ ਹਨ ਅਤੇ ਰਾਤ ਨੂੰ 10 ਵਜੇ ਤੋਂ ਪਿੱਛੋਂ ਇੰਨੇ ਥੱਕੇ ਹੋਏ ਘਰ ਆਉਂਦੇ ਹਨ ਕਿ ਬੇਅਰ ਦਾਰੂ ਪੀ ਕੇ ਰੋਟੀ ਖਾਂਦੇ ਹੀ ਕਮਰੇ ਵੱਲ ਨੱਸਣ ਦੀ ਗੱਲ ਕਰਦੇ ਹਨ। ਜੇਕਰ ਉਹ ਬਲਵੰਤ ਨੂੰ ਦੱਸਦੀ ਹੈ ਕਿ ਉਸਦੇ ਬਾਊ ਜੀ ਜਾਂ ਭੈਣ ਦੀ ਚਿੱਠੀ ਆਈ ਹੈ ਤਾਂ ਉਹ ਉਸ ਵਿੱਚ ਕੋਈ ਦਿਲਚਸਪੀ ਜ਼ਾਹਰ ਨਹੀਂ ਕਰਦਾ, ਸਗੋਂ ਕਹਿ ਦਿੰਦਾ ਹੈ ਕਿ ਉਹ ਆਪ ਹੀ ਉਸਦਾ ਜਵਾਬ ਦੇ ਦੇਵੇ। ਉਹ ਉਸਦੇ ਇਸ ਬੇਪਰਵਾਹੀ ਭਰੇ ਅਤੇ ਮੋਹ ਪਿਆਰ ਤੋਂ ਸਕਨੇ ਵਤੀਰੇ ਕਰਕੇ ਬਹੁਤ ਦੁਖੀ ਹੈ, ਇਸ ਕਰਕੇ ਉਹ ਉੱਥੇ ਨਹੀਂ ਰਹਿਣਾ ਚਾਹੁੰਦੀ। ਅਗਲਾ ਪ੍ਰਸ਼ਨ ਹੈ ਜੀ, ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਪਰਤ ਆਉਣਾ ਚਾਹੁੰਦੀ ਸੀ। ਮਾਸੀ ਆਪਣੇ ਪੁੱਤਰ ਬਲਵੰਤ ਤੇ ਉਸਦੀ ਪਤਨੀ ਦੇ ਬੇਰੁਖੀ ਭਰੇ ਅਤੇ ਉਸਦੇ ਬੱਚਿਆਂ ਦੇ ਮੋਹ ਪਿਆਰ ਤੋਂ ਸਖਨੇ ਵਤੀਰੇ ਕਰਕੇ ਇੰਗਲੈਂਡ ਨੂੰ ਛੱਡ ਕੇ ਇੰਡੀਆ ਪਰਤ ਆਉਣਾ ਚਾਹੁੰਦੀ ਸੀ।
ਉਸਨੂੰ ਆਪਣੇ ਪੁੱਤਰ ਬਲਵੰਤ ਦਾ ਵਤੀਰਾ ਆਪਣੇ ਲਈ ਕਿਸੇ ਦਿਲਚਸਪੀ ਤੋਂ ਸਖਣਾ ਜਾਪਦਾ ਹੈ, ਜਿਸ ਕੋਲ ਆਪਣੇ ਬਾਊ ਜੀ ਤੇ ਭੈਣ ਦੀ ਚਿੱਠੀ ਪੜ੍ਹਨ ਲਈ ਵਕਤ ਨਹੀਂ ਸੀ। ਉਸਨੂੰ ਆਪਣੀ ਨੂੰਹ ਦਾ ਰਵੱਈਆ ਗੋਰਿਆਂ ਤੋਂ ਵੀ ਭੈੜਾ ਤੇ ਆਦਰ ਸਤਿਕਾਰ ਰਹਿਤ ਜਾਪਦਾ ਹੈ। ਉਸਨੂੰ ਆਪਣੇ ਪੋਤੇ ਪੋਤਰੀਆਂ ਵੀ ਕਹਿਣੇ ਤੋਂ ਬਾਹਰ ਤੇ ਚੰਗੇ ਲੱਛਣਾਂ ਵਾਲੇ ਨਹੀਂ ਜਾਪਦੇ। ਉਸਨੂੰ ਬੱਚਿਆਂ ਦੁਆਰਾ ਮਾਸ ਮੱਛੀ ਤਲ ਤਲ ਕੇ ਖਾਣ ਨਾਲ ਆਪਣਾ ਧਰਮ ਭ੍ਰਿਸ਼ਟ ਹੋਇਆ ਜਾਪਦਾ ਹੈ। ਉਸਦੀ ਬੱਚਿਆਂ ਨਾਲ ਬੋਲੀ ਦੀ ਸਾਂਝ ਵੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਉਸ ਨੂੰ ਜਾਪਦਾ ਹੈ ਕਿ ਉੱਥੇ ਘੁੱਟ-ਘੁੱਟ ਕੇ ਮਰ ਜਾਵੇਗੀ। ਉਸ ਨੂੰ ਉੱਥੇ ਦਾ ਵਾਤਾਵਰਨ ਮੜੀਆਂ ਤੋਂ ਵੀ ਬੁਰਾ ਜਾਪਦਾ ਹੈ, ਇਸ ਕਰਕੇ ਉਹ ਉੱਥੋਂ ਵਾਪਸ ਭਾਰਤ ਪਰਤਣਾ ਚਾਹੁੰਦੇ। ਨੈਕਸਟ ਹੈ ਜੀ ਬਲਵੰਤ ਰਾਏ ਦਾ ਸੁਭਾਅ ਕਿਹੋ ਜਿਹਾ ਸੀ। ਬਲਵੰਤ ਰਾਏ ਮੜੀਆਂ ਤੋਂ ਦੂਰ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ। ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਉਸ ਦੀ ਪਤਨੀ ਦਾ ਨਾਂ ਬਿੰਦੂ ਹੈ। ਉਸ ਦੀ ਪਤਨੀ ਤੋਂ ਬਿਨਾਂ ਉਸ ਦੀਆਂ 2 ਧੀਆਂ ਤੇ ਇੱਕ ਪੁੱਤਰ ਹੈ। ਉਹ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ। ਉਹ ਤੇ ਉਸ ਦੀ ਪਤਨੀ ਦੁਕਾਨਾਂ ਚਲਾਉਂਦੇ ਹਨ। ਉਸ ਦਾ ਸਰੀਰਕ ਰੰਗ ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਚਕਾਂਗਿਆਰੀ ਵਰਗਾ ਹੈ। ਉਹ ਮਾਂ ਨੂੰ ਪਿਆਰ ਕਰਨ ਵਾਲਾ, ਸੱਚਾ, ਸਪਸ਼ਟ, ਬੱਚਿਆਂ ਸਾਹਮਣੇ ਬੇਵਸ ਤੇ ਕੰਮ ਵਿੱਚ ਫਸਿਆ ਰਹਿਣ ਵਾਲਾ ਵਿਅਕਤੀ ਹੈ। ਉਹ ਇੰਗਲੈਂਡ ਵਿੱਚ ਉਸ ਵੱਲ ਪੂਰੀ ਤਰ੍ਹਾਂ ਧਿਆਨ ਦੇਣ ਤੋਂ ਅਸਮਰਥ ਰਹਿੰਦਾ ਹੈ, ਜਿਸ ਦੇ ਸਿੱਟੇ ਵਜੋਂ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੀ ਹੈ। ਆਪਣੇ ਰੁਝੇਵੇਂ ਬਾਰੇ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਸਨੇ ਆਪਣਾ ਦਿਲ ਆਪ ਹੀ ਲਾਉਣਾ ਹੈ। ਤਾਂ ਹੁਣ ਕਰਦੇ ਹਾਂ ਬੱਚਿਓ ਵਸਤੂਨਿਸ਼ਟ ਜਾਂ ਸੰਖੇਪਾਤਮਕ ਉੱਤਰ ਵਾਲੇ ਪ੍ਰਸ਼ਨ। ਮੜੀਆਂ ਤੋਂ ਦੂਰ ਕਹਾਣੀ ਦਾ ਲੇਖਕ ਕੌਣ ਹੈ? ਕੁਲਵੰਤ ਸਿੰਘ ਵੀਰ, ਕਰਤਾਰ ਸਿੰਘ ਦੁੱਗਲ ਜਾਂ ਰਘੁਵੀਰ ਢੰਡ। ਤਾਂ ਇਹਦਾ ਆਨਸਰ ਆਏਗਾ ਜੀ ਰਘੁਵੀਰ ਢੰਡ। ਰਘੁਵੀਰ ਢੰਡ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਮੜੀਆਂ ਤੋਂ ਦੂਰ। ਮੜੀਆਂ ਤੋਂ ਦੂਰ ਕਹਾਣੀ ਦੇ ਕਿੰਨੇ ਪਾਤਰ ਹਨ? 10। ਮਾਸੀ, ਮੈਂ ਪਾਤਰ, ਬਲਵੰਤ ਰਾਏ, ਬਿੰਦੂ, ਅਨੰਤ, ਅਨੀਤਾ। ਮੀਰਾ ਕਹਾਣੀਕਾਰ ਦੀ ਪਤਨੀ, ਗੁਰਦੁਆਰੇ ਦਾ ਪ੍ਰਧਾਨ, ਮੰਦਰ ਦਾ ਪ੍ਰਧਾਨ। ਕਿਸ ਕਹਾਣੀ ਦੇ ਪਾਤਰ ਹਨ? ਮੜੀਆਂ ਤੋਂ ਦੂਰ। ਮੜੀਆਂ ਤੋਂ ਦੂਰ ਕਹਾਣੀ ਵਿੱਚ ਕਿਸ ਪਾਤਰ ਦੇ ਚਰਿੱਤਰ ਵਿੱਚ ਗੁਣ ਹਨ? ਇੱਕ ਖੂਬਸੂਰਤ ਸ਼ਖਸੀਅਤ, ਮੋਟੀ ਨਾ ਪਤਲੀ, ਵਾਲ ਚਿੱਟੇ ਤੇ ਚਮਕੀਲੇ, ਅੱਖਾਂ ਮੋਟੀਆਂ, ਨੱਕ ਤਿੱਖਾ, ਬੁੱਲ ਕੂਲੇ, ਮਿਲਾਪੜੀ ਤੇ ਮਿੱਠੀ, ਮੋਹ ਲੈਣ ਵਾਲੀ ਭਾਵੁਕ, ਘੁੰਮਣ ਫਿਰਨ ਦੀ ਚਾਹਵਾਨ, ਸੇਵਾ ਭਾਵਨਾ ਵਾਲੀ ਗਾਇਕਾ, ਅੰਧ ਵਿਸ਼ਵਾਸੀ, ਪੁਰਾਣੇ ਵਕਤਾਂ ਦੀ ਔਰਤ, ਸਫਾਈ ਪਸੰਦ, ਖਾਣ ਪੀਣ ਦੀ ਸ਼ੌਕੀਨ, ਦੂਜਿਆਂ ਦੇ ਕੰਮ ਆਉਣ ਦੀ ਚਾਹਵਾਨ, ਸ਼ਾਕਾਹਾਰੀ, ਇਕੱਲਤਾ, ਅਪਣੱਤਹੀਨ ਜੀਵਨ ਤੇ ਓਪਰੇ ਸੱਭਿਆਚਾਰ ਤੋਂ ਨਿਰਾਸ਼, ਪਿਆਰ ਦੀ ਭੁੱਖੀ, ਘੋਰ ਨਿਰਾਸ਼ਾ ਦੀ ਸ਼ਿਕਾਰ, ਦੁਖਾਂਤਕ ਤੇ ਵਿਅੰਗਮਈ ਪਾਤਰ। ਇਹ ਸਾਰੇ ਗੁਣ ਸੀ ਜੀ ਮਾਸੀ ਵਿੱਚ। ਮੜੀਆਂ ਤੋਂ ਦੂਰ ਕਹਾਣੀ ਵਿੱਚ 2 ਧੀਆਂ ਤੇ ਇੱਕ ਪੁੱਤਰ ਦਾ ਬਾਪ ਭੱਦਾ, ਕਣਕ ਵਿੱਚ ਕਾਂਗਿਆਰੀ, ਮਾਂ ਨਾਲ ਪਿਆਰ, ਸੱਚਾ ਤੇ ਸਪਸ਼ਟ, ਬੱਚਿਆਂ ਸਾਹਮਣੇ ਬੇਵਸ, ਕੰਮ ਵਿੱਚ ਫਸਿਆ ਰਹਿਣ ਵਾਲਾ, ਮਾਂ ਨਾਲ ਪਿਆਰ ਰੱਖਣ ਵਾਲਾ, ਸੱਚਾ ਤੇ ਸਪਸ਼ਟ ਪਾਤਰ ਕਿਹੜਾ ਹੈ? ਇਹ ਸੀ ਜੀ ਬਲਵੰਤ ਰਾਏ। ਮੜੀਆਂ ਤੋਂ ਦੂਰ ਕਹਾਣੀ ਵਿੱਚ ਨੌਕਰੀ ਪੇਸ਼ਾ, ਪਰਿਵਾਰ ਦਾ ਫਿਕਰ ਰੱਖਣ ਵਾਲੇ, ਵਿਅੰਗ ਤੇ ਮਖੌਲ ਨਾਲ ਗੱਲ ਕਰਨ ਵਾਲਾ, ਇੰਗਲੈਂਡ ਦੇ ਵਾਤਾਵਰਨ ਤੋਂ ਅਸੰਤੁਸ਼ਟ, ਨੇਕ ਸਲਾਹ ਦੇਣ ਵਾਲਾ ਪਾਤਰ ਕਿਹੜਾ ਹੈ? ਇਹਦੇ ਵਿੱਚ ਹੈ ਮੈਂ ਪਾਤਰ, ਜੋ ਕਿ ਕਹਾਣੀਕਾਰ ਨੂੰ ਕਿਹਾ ਗਿਆ ਹੈ। ਮੜੀਆਂ ਤੋਂ ਦੂਰ ਕਹਾਣੀ ਵਿੱਚ 2 ਧੀਆਂ ਤੇ ਇੱਕ ਪੁੱਤਰ ਦੀ ਮਾਂ, ਪਰਦਾ ਰੱਖ ਕੇ ਗੱਲ ਕਰਨ ਵਾਲੀ, ਕੰਮ ਵਿੱਚ ਫਸੀ ਰਹਿਣ ਵਾਲੀ, ਪੱਛਮੀ ਰੰਗ ਢੰਗ ਵਿੱਚ ਢਲੀ ਹੋਈ, ਮੋਹ ਪਿਆਰ ਤੋਂ ਸੱਖਣੀ, ਪਦਾਰਥਕ ਰੁਚੀਆਂ ਵਾਲੀ ਪਾਤਰ ਕਿਹੜੀ ਹੈ? ਇਹ ਸੀ ਜੀ ਬਿੰਦੂ। ਨੈਕਸਟ ਹੈ ਮੈਂ ਪਾਤਰ ਕਹਾਣੀ ਦੀ ਪਤਨੀ ਦੇ ਚਰਿੱਤਰ ਦਾ ਕੋਈ ਇੱਕ ਗੁਣ ਲਿਖੋ। ਭਾਰਤੀ ਸੱਭਿਅਤਾ ਵਿੱਚ ਢਲੀ ਹੋਈ। ਬਲਵੰਤ ਰਾਏ ਨੂੰ ਇੰਗਲੈਂਡ ਵਿੱਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸੀ? 25 ਸਾਲ ਹੋ ਗਏ ਸੀ ਜੀ। ਕਹਾਣੀਕਾਰ ਨੂੰ ਕਿਸ ਦਾ ਟੈਲੀਫੋਨ ਆਇਆ ਸੀ? ਮਾਸੀ ਦਾ। ਕਹਾਣੀਕਾਰ ਨੂੰ ਮਾਸੀ ਦਾ ਟੈਲੀਫੋਨ ਕਿੰਨੇ ਵਜੇ ਆਇਆ ਸੀ? ਸਵੇਰੇ 9 ਵਜੇ। ਕਿਸ ਥਾਂ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਨਹੀਂ ਸੀ ਹੋ ਸਕਦੀ ਕਿ ਕੋਈ ਬੰਦਾ ਉਦਾਸ ਹੋਵੇ। ਇੰਗਲੈਂਡ ਵਿੱਚ ਰੂਹ ਤੜਫ ਤੜਫ ਕੇ ਕਦੋਂ ਮਰ ਜਾਂਦੀ ਹੈ? ਜਦੋਂ ਉਦਾਸੀ ਹੋਵੇ। ਮਾਸੀ ਕਿਹੜੇ ਦੇਸ਼ ਜਾਂ ਪ੍ਰਦੇਸ਼ ਵਿੱਚ ਗਈ ਹੋਈ ਸੀ? ਇੰਗਲੈਂਡ ਵਿੱਚ। ਮਾਸੀ ਦੇ ਕਿੰਨੇ ਪੁੱਤਰ ਸਨ? 3, 4, 5 ਜਾਂ 6? ਤੇ ਇਹਦਾ ਸਹੀ ਜਵਾਬ ਹੈ ਜੀ 5। ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਕੀ ਨਾਂ ਸੀ? ਮਾਸੀ ਦੇ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਨਾਂ ਬਲਵੰਤ ਰਾਏ ਸੀ। ਬਲਵੰਤ ਰਾਏ ਦੀ ਪਤਨੀ ਦਾ ਕੀ ਨਾਂ ਸੀ? ਬਲਵੰਤ ਰਾਏ ਦੀ ਪਤਨੀ ਦਾ ਨਾਂ ਬਿੰਦੂ ਸੀ। ਬਲਵੰਤ ਰਾਏ ਦੀ 2 ਕੁੜੀਆਂ ਤੇ ਮੁੰਡੇ ਯਾਨੀ ਕਿ 3 ਬੱਚਿਆਂ ਦਾ ਜਨਮ ਕਿੱਥੇ ਹੋਇਆ ਸੀ? ਉਹਦੇ 3 ਬੱਚਿਆਂ ਦਾ ਜਨਮ ਹੋਇਆ ਸੀ ਜੀ ਇੰਗਲੈਂਡ ਵਿੱਚ। ਮਾਸੀ ਨੇ ਆਪਣੇ ਪੁੱਤਰ ਬਲਵੰਤ ਰਾਏ ਅੱਗੇ ਕੀ ਦੇਖਣ ਦੀ ਇੱਛਾ ਪ੍ਰਗਟ ਕੀਤੀ? ਮਾਸੀ ਨੇ ਆਪਣੇ ਪੁੱਤਰ ਬਲਵੰਤ ਰਾਏ ਅੱਗੇ ਇੰਗਲੈਂਡ ਦੇਖਣ ਦੀ ਇੱਛਾ ਪ੍ਰਗਟ ਕੀਤੀ। ਮੈਂ ਪਾਤਰ ਕਹਾਣੀ ਵਿੱਚ ਕਾਂਗਿਆਰੀ ਸ਼ਬਦ ਕਿਸ ਲਈ ਵਰਤਦਾ ਹੈ? ਬਲਵੰਤ ਰਾਏ ਲਈ।
ਮਾਸੀ ਦੇ ਵਾਲ, ਅੱਖਾਂ ਤੇ ਦੰਦ ਕਿਹੋ ਜਿਹੇ ਹਨ? ਨਿਗਰੋ ਮੁਟਿਆਰ ਵਰਗੇ। ਮਾਸੀ ਦਾ ਕੱਦ ਕਿੰਨਾ ਸੀ? 5 ਫੁੱਟ 4 ਇੰਚ। ਕਿੰਨਾ ਬਾਰੇ ਬਲਵੰਤ ਸਿੰਘ ਆਖਦਾ ਹੈ, ਉਹ ਯਾਰ ਸਾਡੇ ਆਖੇ ਨਹੀਂ ਲੱਗਦੇ। ਬੱਚਿਆਂ ਬਾਰੇ ਫੜਾਕ ਮੂੰਹ ਤੇ ਗੱਲ ਕੌਣ ਮਾਰਦਾ ਸੀ? ਬਲਵੰਤ ਰਾਏ। ਮਾਸੀ ਪਾਕਿਸਤਾਨ ਨੂੰ ਕਿਸ ਥਾਂ ਤੋਂ ਆਈ ਹੋਈ ਸੀ? ਰਾਵਲਪਿੰਡੀ ਤੋਂ। ਮਾਸੀ ਨੇ ਕਹਾਣੀਕਾਰ ਦੀ ਪਤਨੀ ਨੂੰ ਆਪਣੀ ਕੀ ਬਣਾ ਲਿਆ? ਭਣੇਵੀਂ। ਕਹਾਣੀਕਾਰ ਤੇ ਉਸਦੀ ਪਤਨੀ ਮਾਸੀ ਨੂੰ ਕਿਸ ਦਿਨ ਗੁਰਦੁਆਰੇ ਤੇ ਮੰਦਰ ਲੈ ਕੇ ਗਏ? ਐਤਵਾਰ। ਪਹਿਲਾ ਹਿੰਦੂ ਆਪਣੇ ਇੱਕ ਲੜਕੇ ਨੂੰ ਸਿੱਖ ਕਿਉਂ ਬਣਾਉਂਦੇ ਸਨ? ਤਾਂ ਜੋ ਬਾਕੀ ਬੱਚੇ ਬਚੇ ਰਹਿਣ। ਬਲਵੰਤ ਰਾਏ ਕਿਹੜੇ ਦਿਨ ਨੂੰ ਆਪਣੇ ਲਈ ਸਵਰਗ ਸਮਝਦਾ ਸੀ? ਐਤਵਾਰ ਨੂੰ। ਕਿਸ ਲੜਕੇ ਨੇ ਆਪਣੇ ਫਰੈਂਡਾਂ ਨਾਲ ਪਹਿਲਾ ਪ੍ਰੋਗਰਾਮ ਬਣਿਆ ਹੋਣ ਕਰਕੇ ਦਾਦੀ ਨਾਲ ਗੁਰਦੁਆਰੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ? ਅਨੰਤ ਨੇ। ਕਿਸ ਲੜਕੀ ਨੇ ਟੈਲੀ ਦੇਖਣ ਦਾ ਬਹਾਨਾ ਲਾ ਕੇ ਦਾਦੀ ਨਾਲ ਗੁਰਦੁਆਰੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ? ਅਨੀਤਾ ਨੇ। ਕਿਸ ਕੁੜੀ ਨੇ ਕਿਹਾ ਕਿ ਉਸ ਨੂੰ ਗੁਰਦੁਆਰੇ ਮੰਦਰ ਜਾਣਾ ਚੰਗਾ ਨਹੀਂ ਲੱਗਦਾ? ਮੀਰਾ ਨੇ। ਕਹਾਣੀਕਾਰ ਨੂੰ ਕਿਹੜੀ ਕੁੜੀ ਭਲੀ ਮਾਨਸ ਜੀ ਜਾਪਦੀ ਸੀ? ਮੀਰਾ। ਮਾਸੀ ਕਿਹੜੇ ਵੇਲਿਆਂ ਦੀ ਔਰਤ ਸੀ? ਪੁਰਾਣੇ ਵੇਲੇ ਦੀਆਂ ਔਰਤਾਂ ਵਿੱਚ ਕਿਹੜੀ ਗੱਲ ਸਾਂਝੀ ਹੁੰਦੀ ਸੀ? ਉਹ ਕੰਮ ਕਰਨਾ ਜਿਹੜਾ ਸੀ ਪਸੰਦ ਕਰਦੀਆਂ ਸੀ, ਤੇ ਕਰਮ ਕਰਨਾ ਉਹਨਾਂ ਦਾ ਜਿਹੜਾ ਸੀ ਸਾਂਝਾ ਧਰਮ ਮੰਨਿਆ ਗਿਆ ਸੀ। ਮਾਸੀ ਗੁਰਦੁਆਰੇ ਦੇ ਲੰਗਰ ਵਿੱਚ ਕੀ ਕਰਨ ਗਈ ਸੀ? ਰੋਟੀਆਂ ਪਕਾਉਣ ਗਈ ਸੀ। ਮਾਸੀ ਦੁਆਰਾ ਗੁਰਦੁਆਰੇ ਵਿੱਚ ਲੰਗਰ ਵਿਖੇ ਸੇਵਾ ਕਰਨ ਦਾ ਖਾਸ ਤੌਰ ਤੇ ਕਿਸ ਉੱਤੇ ਪ੍ਰਭਾਵ ਪਿਆ? ਜਾਂ ਫਿਰ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ, ਮਾਸੀ ਦੁਆਰਾ ਮੰਦਰ ਵਿੱਚ ਭਜਨ ਗਾਏ ਜਾਣ ਦਾ ਖਾਸ ਤੌਰ ਤੇ ਕਿਸ ਤੇ ਪ੍ਰਭਾਵ ਪਿਆ? ਤਾਂ ਇਹਨਾਂ ਦੋਨਾਂ ਪ੍ਰਸ਼ਨਾਂ ਦਾ ਉੱਤਰ ਹੋਏਗਾ ਜੀ ਪ੍ਰਧਾਨ ਸਾਹਿਬ ਉੱਤੇ। ਮਾਸੀ ਨੇ ਮੰਦਰ ਵਿੱਚ ਕੀ ਕੀਤਾ? ਭਜਨ ਗਾਏ। ਮਾਸੀ ਸ਼ੁਰੂ ਵਿੱਚ ਇੰਗਲੈਂਡ ਦੇ ਜੀਵਨ ਨੂੰ ਕਿਹੋ ਜਿਹਾ ਸਮਝਦੀ ਸੀ? ਮਾਸੀ ਸ਼ੁਰੂ ਵਿੱਚ ਇੰਗਲੈਂਡ ਦੇ ਜੀਵਨ ਨੂੰ ਸਵਰਗ ਜਿਹਾ ਸਮਝਦੀ ਸੀ। ਕਹਾਣੀਕਾਰ ਜਾਂ ਮੈਂ ਪਾਤਰ ਤੇ ਉਸ ਦੀ ਪਤਨੀ ਮੱਖਣ ਦੀ ਥਾਂ ਕੀ ਖਾਂਦੇ ਸਨ? ਕਹਾਣੀਕਾਰ ਤੇ ਉਸ ਦੀ ਪਤਨੀ ਮੱਖਣ ਦੀ ਥਾਂ ਮਾਰਜਰੀਨ ਖਾਂਦੇ ਸਨ। ਮਾਸੀ ਨੂੰ ਕਹਾਣੀਕਾਰ ਦੀ ਪਤਲੀ ਜੀ ਪਤਨੀ ਕਿਉਂ ਜੀ ਲੱਗਦੀ ਸੀ? ਫਾਂਕੜ ਜੀ। ਮਾਸੀ ਨੇ ਕਹਾਣੀਕਾਰ ਦੀ ਪਤਨੀ ਦੇ ਮੋਢਿਆਂ ਤੇ ਤਿੱਕਲ ਪੀੜਾਂ ਦਾ ਕੀ ਕਾਰਨ ਦੱਸਿਆ? ਦੁੱਧ ਘਿਓ। ਕੀ ਇਲਾਜ ਦੱਸਿਆ? ਦੁੱਧ ਘਿਓ। ਕਿ ਜੇਕਰ ਉਹ ਦੁੱਧ ਘਿਓ ਪੀਏਗੀ ਤਾਂ ਉਹਦੀਆਂ ਤਿੱਕਲ ਪੀੜਾਂ ਜਿਹੜੀਆਂ ਨੇ ਉਹ ਹਟ ਜਾਣਗੀਆਂ। ਇੰਡੀਆ ਵਿੱਚ ਵੀ ਇੰਗਲੈਂਡ ਵਾਂਗ ਗੁਆਂਢੀਆਂ ਦੀ ਸਾਂਝ ਨਾ ਹੋਣ ਬਾਰੇ ਦੱਸਦੀ ਹੋਈ ਮਾਸੀ ਕਿਹੜੇ ਸ਼ਹਿਰ ਦਾ ਹਵਾਲਾ ਦਿੰਦੀ ਹੈ? ਚੰਡੀਗੜ੍ਹ। ਕਿ ਚੰਡੀਗੜ੍ਹ ਦੇ ਵਿੱਚ ਵੀ ਲੋਕ ਇੱਕ ਦੂਜੇ ਨਾਲ ਗੱਲ ਘੱਟ ਕਰਦੇ ਨੇ। ਜਦੋਂ ਕਹਾਣੀਕਾਰ ਮਾਸੀ ਦੇ ਘਰ ਗਿਆ ਤਾਂ ਉਹ ਕਿਸ ਤਰ੍ਹਾਂ ਰੋ ਰਹੀ ਸੀ? ਜਦੋਂ ਕਹਾਣੀਕਾਰ ਮਾਸੀ ਦੇ ਘਰ ਗਿਆ ਤਾਂ ਉਹ ਭੂਪਾਂ ਮਾਰ ਕੇ ਜ਼ਾਰ ਹੋ ਕੇ ਰੋ ਰਹੀ ਸੀ। ਬਿੰਦੂ ਨੇ ਮਾਸੀ ਨੂੰ ਦੁਕਾਨ ਦੇ ਪਿਛਲੇ ਪਾਸੇ ਤੰਗ ਜਿਹੀ ਥਾਂ ਵਿੱਚ ਕਿੰਨੇ ਘੰਟੇ ਬੰਦ ਕਰੀ ਰੱਖਿਆ ਸੀ? 15 ਘੰਟੇ। ਕਹਾਣੀਕਾਰ ਤੇ ਉਸ ਦੀ ਪਤਨੀ ਦੁੱਧ ਕਿਹੋ ਜਿਹਾ ਪੀਂਦੇ ਸਨ? ਘੱਟ ਕਰੀਮ ਵਾਲਾ। ਮਾਸੀ ਅਨੁਸਾਰ ਕੌਣ ਬਲਵੰਤ ਰਾਏ ਦੇ ਕਹਿਣੇ ਤੋਂ ਬਾਹਰ ਸਨ? ਮੁੰਡਾ ਤੇ ਛੋਟੀ ਕੁੜੀ। ਕਹਾਣੀਕਾਰ ਨੂੰ ਇੰਗਲੈਂਡ ਵਿਚਲੇ ਮਕਾਨ ਵਿੱਚ ਰਹਿੰਦਿਆਂ ਕਿੰਨੇ ਸਾਲ ਹੋ ਗਏ ਸਨ? 7 ਸਾਲ। ਮਾਸੀ ਨੂੰ ਕਿਸ ਕੁੜੀ ਦੇ ਲੱਛਣ ਚੰਗੇ ਨਹੀਂ ਸਨ ਲੱਗਦੇ? ਛੋਟੀ ਕੁੜੀ ਦੇ। ਮਾਸੀ ਦੇ ਘਰ ਜਾਂਦਿਆਂ ਕਹਾਣੀਕਾਰ ਨੂੰ ਰਸਤੇ ਵਿੱਚ ਖੜੀਆਂ ਮਕਾਨਾਂ ਦੀਆਂ ਕਤਾਰਾਂ ਕਿਸ ਤਰ੍ਹਾਂ ਪ੍ਰਤੀਤ ਹੋ ਰਹੀਆਂ ਸਨ? ਆਦਮਖੋਰ ਦਿਓ ਦੀ ਤਰ੍ਹਾਂ ਪ੍ਰਤੀਤ ਹੋ ਰਹੀਆਂ ਸਨ। ਕਹਾਣੀਕਾਰ ਬਲਵੰਤ ਰਾਏ ਤੇ ਉਸ ਦੀ ਪਤਨੀ ਦੇ ਬੱਚਿਆਂ ਦੀ ਦੁਨੀਆ ਨੂੰ ਕਿਹੋ ਜਿਹਾ ਕਹਿੰਦਾ ਹੈ? ਕਹਾਣੀਕਾਰ ਬਲਵੰਤ ਰਾਏ ਤੇ ਉਸ ਦੀ ਪਤਨੀ ਦੇ ਬੱਚਿਆਂ ਦੀ ਦੁਨੀਆ ਨੂੰ ਉੱਲੂਆਂ ਦੀ ਦੁਨੀਆ ਕਹਿੰਦਾ ਹੈ। ਮਾਸੀ ਅਨੁਸਾਰ ਬਲਵੰਤ ਰਾਏ ਦੇ ਪਰਿਵਾਰ ਵਿੱਚ 5 ਜਣਿਆਂ ਦੇ ਕਿੰਨੇ ਰਾਹ ਸਨ? ਮਾਸੀ ਅਨੁਸਾਰ ਬਲਵੰਤ ਰਾਏ ਦੇ ਪਰਿਵਾਰ ਵਿਚਲੇ 5 ਜਣਿਆਂ ਦੇ 50 ਰਾਹ ਸਨ। ਬੱਚਿਆਂ ਦੇ ਮਾਸ ਮੱਛੀ ਖਾਣ ਕਾਰਨ ਮਾਸੀ ਕੀ ਅਨੁਭਵ ਕਰਦੀ ਸੀ? ਬੱਚਿਆਂ ਦੇ ਮਾਸ ਮੱਛੀ ਖਾਣ ਕਾਰਨ ਮਾਸੀ ਆਪਣਾ ਧਰਮ ਭ੍ਰਿਸ਼ਟ ਹੋਇਆ ਸਮਝਦੀ ਸੀ। ਮਾਸੀ ਇੰਡੀਆ ਵਿੱਚ ਘਰ ਜਾਣ ਤੋਂ ਪਹਿਲਾਂ ਕਿੱਥੇ ਨਹਾਉਣਾ ਚਾਹੁੰਦੀ ਸੀ? ਮਾਸੀ ਇੰਡੀਆ ਵਿੱਚ ਘਰ ਜਾਣ ਤੋਂ ਪਹਿਲਾਂ ਹਰਿਦੁਆਰ ਨਹਾਉਣਾ ਚਾਹੁੰਦੀ ਸੀ। ਕਹਾਣੀ ਦੇ ਅੰਤ ਵਿੱਚ ਮਾਸੀ ਇੰਗਲੈਂਡ ਦੇ ਜੀਵਨ ਨੂੰ ਕਿਹੋ ਜਿਹਾ ਸਮਝਣ ਲੱਗੀ? ਮੜੀਆਂ ਤੋਂ ਵੀ ਬੁਰਾ, ਮੜੀਆਂ ਤੋਂ ਵੀ ਪਰੇ ਦਾ। ਬਲਵੰਤ ਰਾਏ ਦਾ ਕਿਹੜਾ ਬੱਚਾ ਮਾਸੀ ਨਾਲ ਜ਼ਰਾ ਪਿਆਰ ਨਾਲ ਪੇਸ਼ ਆਉਂਦਾ ਸੀ? ਵੱਡੀ ਕੁੜੀ। ਮੜੀਆਂ ਤੋਂ ਦੂਰ ਕਹਾਣੀ ਦੇ ਅੰਤ ਵਿੱਚ ਕਿਹੜਾ ਪਾਤਰ ਜ਼ਾਰ ਰੋਂਦਾ ਹੈ? ਮਾਸੀ। ਬਲਵੰਤ ਰਾਏ ਦੇ ਕਿੰਨੇ ਬੱਚੇ ਸਨ? 3, 2 ਕੁੜੀਆਂ ਤੇ 1 ਮੁੰਡਾ। ਤਾਂ ਇਹ ਸੀ ਬੱਚਿਓ ਮੜੀਆਂ ਤੋਂ ਦੂਰ ਕਹਾਣੀ ਦੇ ਪਿਛਲਾ ਅਭਿਆਸ। ਉਮੀਦ ਕਰਦੀ ਹਾਂ ਤੁਸੀਂ ਇਹ ਵੀਡੀਓ ਐਂਡ ਤੱਕ ਦੇਖਿਆ ਹੋਵੇਗਾ ਤੇ ਤੁਹਾਨੂੰ ਸਾਰੇ ਪ੍ਰਸ਼ਨ ਉੱਤਰ ਸਮਝ ਆ ਗਏ ਹੋਣਗੇ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ, ਰੱਬ ਰਾਖਾ।